सत श्री अकाल सलाम दोस्तों। 2008 ਚ ਪਹਿਲੀ ਵਾਰ ਜਨਰਲਸ ਮੋਟਰ ਵਰਗੇ ਦੈਂਤ ਨੂੰ ਪਛਾੜ ਕੇ ਅੱਗੇ ਆਇਆ ਟੋਇਟਾ ਦੁਨੀਆ ਦਾ ਸਭ ਤੋਂ ਵੱਡਾ ਆਟੋਮੋਬਾਈਲ ਬ੍ਰਾਂਡ ਬਣ ਗਿਆ ਸੀ। ਇਸ ਦੀਆਂ ਸੈਂਕੜੇ ਸਹਾਇਕ ਤੇ ਐਫੀਲੀਏਟ ਕੰਪਨੀਆਂ 'ਚ ਬਹੁਤੀਆਂ ਆਟੋਮੋਬਾਈਲ ਦਾ ਉਤਪਾਦਨ, ਪੁਰਜੇ, ਕਮਰਸ਼ੀਅਲ ਤੇ ਉਦਯੋਗਿਕ ਵਾਹਨ ਬਣਾਉਣ 'ਚ ਇਸ ਦੀਆਂ ਸਹਾਇਕ ਸਨ। ਉਤਪਾਦਨ ਦਾ ਸਾਰਾ ਸਰਕਲ ਆਪਣੇ ਹੱਥ 'ਚ ਹੋਣ ਕਰਕੇ ਟੋਯੋਟਾ ਲਈ ਇਹ ਮੁਕਾਮ ਸੰਭਵ ਹੋ ਪਾਇਆ। ਜਦੋਂ ਵੀ ਟੋਯੋਟਾ ਦੀ ਗੱਲ ਚੱਲਦੀ ਹੈ ਤਾਂ ਸਾਡੇ ਦਿਮਾਗ 'ਚ ਇੱਕ ਟਿਕਾਊ ਤੇ ਭਰੋਸੇਮੰਦ ਕੰਪਨੀ ਦੀ ਤਸਵੀਰ ਬਣਦੀ ਹੈ। ਦੋਸਤੋ, ਆਓ ਅੱਜ ਤੁਹਾਨੂੰ ਟੋਯੋਟਾ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਕਿ ਇਸ ਦਾ ਸਫ਼ਰ ਕਿੱਥੋਂ ਸ਼ੁਰੂ ਹੋ ਕੇ ਕਿਹੜੇ ਉਤਾਰਾਂ ਚੜ੍ਹਾਅ 'ਚੋਂ ਲੰਘ ਕੇ ਅੱਜ ਦਾ ਮੁਕਾਮ ਹਾਸਿਲ ਕੀਤਾ। ਜਾਪਾਨ ਦੇ ਕੋਸਾਈ ਨਾਮ ਦੇ ਨਗਰ 'ਚ ਇੱਕ ਬੱਚਾ ਜਨਮ ਲੈਂਦਾ ਜਿਸ ਨੇ ਟੋਯੋਟਾ ਨਾਮੀ ਵੱਡਆਕਾਰੀ ਕੰਪਨੀ ਦੀ ਨੀਂਹ ਰੱਖੀ। ਉਹ ਸੀ ਸਾਕੀਚੀ ਟੋਯੋਡਾ। ਉਹ ਆਧੁਨਿਕ ਤਕਨੀਕਾਂ ਵਿੱਚ ਵੀ ਇੱਛੁਕ ਸੀ ਤੇ ਯੂਰਪੀਅਨ ਸਾਹਿਤ ਵੀ ਪੜ੍ਹਦਾ ਸੀ। ਉਸਨੇ 1891 'ਚ 24 ਸਾਲ ਦੀ ਉਮਰ 'ਚ ਹੱਥਾਂ ਨਾਲ ਚੱਲਣ ਵਾਲੀ ਖੱਡੀ ਬਣਾਈ, ਜੋ ਕਿ ਪਹਿਲਾਂ ਤੋਂ ਚਲੰਤ ਖੱਡੀਆਂ ਤੋਂ ਕਾਫੀ ਸੁਧਾਰੀ ਹੋਈ ਸੀ, ਜਿਸ ਨਾਲ ਕੰਮ 'ਚ ਤੇਜ਼ੀ ਤੇ ਸੁਖਿਆਈ ਆਈ। 1906 'ਚ ਸਾਕੀਚੀ ਨੇ ਗੋਲਾਕਾਰ ਖੱਡੀ ਬਣਾਈ, ਜੋ ਪਹਿਲਾਂ ਵਾਲੀਆਂ ਖੱਡੀਆਂ ਨਾਲੋਂ ਵੱਧ ਪ੍ਰੈਕਟੀਕਲ ਤੇ ਸੌਖ ਦੇਣ ਵਾਲੀ ਸੀ, ਜਿਸ ਨੂੰ ਟੋਯੋਟਾ ਨੇ ਅੱਜ ਵੀ ਆਪਣੀ ਪ੍ਰਦਰਸ਼ਨੀ 'ਚ ਰੱਖਿਆ ਹੋਇਆ ਹੈ। ਇਸੇ ਕ੍ਰਮ ਨੂੰ ਅੱਗੇ ਵਧਾਉਂਦੇ ਹੋਏ 1924 'ਚ ਸਾਕੀਚੀ ਟੋਯੋਡਾ ਨੇ ਦੁਨੀਆ ਦੇ ਸਾਹਮਣੇ ਕੁੱਚ ਪਾਏ ਦੀ ਆਟੋਮੈਟਿਕ ਖੱਡੀ ਪੇਸ਼ ਕੀਤੀ, ਜਿਸ ਦਾ ਨਾਮ ਸੀ ਟੋਯੋਡਾ ਟਾਈਪ ਜੀ। ਇਹ ਮਸ਼ੀਨ ਦੀ ਕਾਢ ਨੇ ਕਾਮਿਆਂ ਨੂੰ ਨਿਰਾਸ਼ ਕੀਤਾ। ਇਹ ਦੁਨੀਆ ਦੀ ਪਹਿਲੀ ਆਟੋਮੈਟਿਕ ਖੱਡੀ ਹੀ ਨਹੀਂ ਸੀ, ਬਲਕਿ ਇਹ ਬਿਨਾਂ ਰੁਕੇ ਕੰਮ ਕਰ ਸਕਦੀ ਸੀ, ਉਹ ਵੀ ਘੱਟੋ ਘੱਟ ਇਨਸਾਨੀ ਮਦਦ ਦੇ ਨਾਲ। ਜਦੋਂ ਉਸਨੇ ਮਹਿਸੂਸ ਕੀਤਾ ਕਿ ਉਸਨੇ ਮਹੱਤਵਪੂਰਨ ਔਜ਼ਾਰ ਦੀ ਕਾਢ ਕੱਢ ਦਿੱਤੀ ਹੈ ਤਾਂ ਉਸਨੇ ਸੋਚਿਆ ਕਿ ਮਸ਼ੀਨੀ ਪੁਰਜੇ ਬਣਾਉਣ ਵਾਲੀ ਆਪਣੀ ਖੁਦ ਦੀ ਕੰਪਨੀ ਖੋਲ੍ਹਣੀ ਚਾਹੀਦੀ ਹੈ। 1926 ਆਉਂਦੇ ਉਸਨੇ ਟੋਯੋਡਾ ਆਟੋਮੈਟਿਕ ਲੂਮ ਵਰਕਸ ਨਾਮ ਤੇ ਕੰਪਨੀ ਰਜਿਸਟਰ ਕਰਵਾ ਲਈ। 19ਵੀਂ ਸਦੀ ਦੇ ਅੰਤ 'ਚ ਉਸਨੇ ਆਪਣੇ ਹਿੱਸੇਦਾਰਾਂ ਨਾਲ ਰਲ ਕੇ ਓਟਸਕਾਵਾ ਟੈਕਸਟਾਈਲ ਕੰਪਨੀ ਖਰੀਦ ਲਈ, ਜਿਸ 'ਤੇ ਉਸ ਦੀਆਂ ਬਣਾਈਆਂ ਮਸ਼ੀਨਾਂ ਚੱਲਦੀਆਂ ਸਨ। ਉਹ ਮਸ਼ੀਨ ਬਣਾਉਂਦਾ ਤੇ ਆਪਣੀ ਹੀ ਫੈਕਟਰੀ 'ਚ ਉਹਨੂੰ ਪਰਖਦਾ, ਉਸ ਦੀਆਂ ਕਮੀਆਂ ਕੱਢਦਾ ਤੇ ਇੱਕ ਸ਼ਾਨਦਾਰ ਪ੍ਰੋਡਕਟ ਵਜੋਂ ਬਾਜ਼ਾਰ 'ਚ ਪੇਸ਼ ਕਰਦਾ। ਸੋ ਟੋਯੋਡਾ ਕੰਪਨੀ ਬੁਣਾਈ ਦੇ ਔਜ਼ਾਰ ਬਣਾਉਣ 'ਚ ਅਤੇ ਵੇਚਣ 'ਚ ਇੰਨੀ ਗੰਭੀਰ ਹੋ ਗਈ ਕਿ ਯੂਕੇ ਤੱਕ ਸਫਲਤਾ ਦੀਆਂ ਧੁੰਮਾਂ ਪੈ ਗਈਆਂ। ਬੰਦੇ ਆਪਣੇ ਦੇਸ਼ 'ਚ ਬਣਾਈ ਮਸ਼ੀਨ ਦੇ ਉਤਪਾਦਨ 'ਚ ਇੰਨੇ ਗੰਭੀਰ ਸਨ ਕਿ ਜਿਸ ਦੇ ਨਤੀਜੇ ਵਜੋਂ 1929 'ਚ ਪਲੈਟ ਭਰਾਵਾਂ ਤੇ ਕੰਪਨੀ ਨੇ ਸਾਕੀਚੀ ਟੋਯੋਡਾ ਤੋਂ ਪੇਟੈਂਟ ਖਰੀਦ ਲਿਆ। ਉਹਨਾਂ ਨੇ ਉਸ ਨੂੰ ਕੁਝ ਲੱਖ ਪਾਉਂਡ ਦਿੱਤੇ ਤੇ ਇੱਕ ਵੀ ਵਾਰ ਏਡੀ ਵੱਡੀ ਰਕਮ ਦੇਣ ਦਾ ਪਛਤਾਵਾ ਨਹੀਂ ਕੀਤਾ, ਕਿਉਂਕਿ ਪ੍ਰਦਰਸ਼ਨ ਦੇ ਇੰਡੀਕੇਟਰ ਸ਼ਾਨਦਾਰ ਸਨ। ਸਗੋਂ ਉਹ ਤਾਂ ਮਸ਼ੀਨ ਦੇ ਧੰਨਵਾਦੀ ਸਨ। ਇੱਕ ਬੰਦਾ 30 ਮਸ਼ੀਨਾਂ ਚਲਾ ਸਕਦਾ ਸੀ ਤੇ ਸਭ ਤੋਂ ਜ਼ਰੂਰੀ ਗੱਲ ਕਿ ਤਰੁੱਟੀਆਂ ਦੀ ਗਿਣਤੀ ਬਹੁਤ ਘਟ ਗਈ ਸੀ, ਕਿਉਂਕਿ ਮਸ਼ੀਨਾਂ ਇੱਕ ਸਿਸਟਮ ਨਾਲ ਲੈਸ ਸਨ ਕਿ ਜਦੋਂ ਧਾਗਾ ਟੁੱਟ ਜਾਂਦਾ ਸਾਰੀ ਪ੍ਰਕਿਰਿਆ ਰੁਕ ਜਾਂਦੀ, ਜਿਸ ਦੇ ਨਤੀਜੇ ਵਜੋਂ ਸਾਕੀਚੀ ਟੋਯੋਡਾ ਨੂੰ ਚੋਖੀ ਰਕਮ ਮਿਲੀ, ਜਿਸ ਦੇ ਨਾਲ ਉਹ ਇਸ ਤੋਂ ਵੀ ਕੋਈ ਤਕੜਾ ਕੰਮ ਸ਼ੁਰੂ ਕਰ ਸਕਦਾ ਸੀ। ਇੱਥੋਂ ਹੀ ਕੰਪਨੀ ਦਾ ਆਟੋਮੋਟਿਵ ਖੇਤਰ 'ਚ ਸਫ਼ਰ ਸ਼ੁਰੂ ਹੋਣਾ ਸੀ। ਮੰਦੇ ਭਾਗੀ ਕੋਈ ਵੀ ਬੰਦਾ ਅਮਰ ਨਹੀਂ ਤੇ ਸਾਕੀਚੀ 1930 'ਚ ਦੁਨੀਆ ਛੱਡ ਜਾਂਦਾ ਹੈ। ਕੰਪਨੀ ਦੇ ਸਾਰੇ ਵਪਾਰ ਉਸਦੇ ਪੁੱਤਰ ਕੀਈਚੀਰੋ ਟੋਯੋਡਾ ਦੀ ਝੋਲੀ ਆਣ ਪੈਂਦੇ ਨੇ। ਟੋਯੋਡਾ ਆਟੋਮੋਟਿਵ ਇੰਡਸਟਰੀ 'ਚ ਕਿਉਂ ਪਏ ਸੀ, ਇਸ ਦੀਆਂ ਬਹੁਤ ਕਹਾਣੀਆਂ ਪ੍ਰਚਲਿਤ ਨੇ, ਪਰ ਸਭ ਤੋਂ ਮਸ਼ਹੂਰ ਇਹੀ ਹੈ ਕਿ ਇਹ ਸਾਕੀਚੀ ਦਾ ਸੁਪਨਾ ਸੀ ਜੋ ਕੀਈਚੀਰੋ ਨੇ ਸਾਕਾਰ ਕੀਤਾ। ਕੀਈਚੀਰੋ ਨੇ ਇਹ ਪੈਸਾ ਨਵੀਂ ਉਤਪਾਦਨ ਯੂਨਿਟ 'ਤੇ ਨਿਵੇਸ਼ ਕੀਤਾ, ਜਿਸ ਤੋਂ ਕਾਰਾਂ ਬਣਾਉਣੀਆਂ ਸਨ। 1935 ਤੱਕ ਕੁਝ ਮਾਡਲ ਬਣਾਏ ਗਏ, ਮਾਡਲ G1 ਟਰੱਕ ਤੇ A1 ਪੈਸੇਂਜਰ ਕਾਰ। ਮਾਡਲ A1 ਪ੍ਰੋਟੋਟਾਈਪ ਸੀ ਤੇ 1936 'ਚ ਇਸ ਨੂੰ ਥੋੜ੍ਹਾ ਜਿਹਾ ਬਦਲ ਕੇ ਪ੍ਰੋਡਕਸ਼ਨ ਕਾਰ ਬਣਾ ਦਿੱਤਾ ਗਿਆ, ਜਿਸ ਨੂੰ ਮਾਡਲ AA ਕਿਹਾ ਗਿਆ, ਜੋ ਕਿ 60 ਹਾਰਸ ਪਾਵਰ ਤੋਂ ਥੋੜ੍ਹੀ ਜਿਹੀ ਜ਼ਿਆਦਾ ਸੀ ਤੇ 6 ਸਿਲੰਡਰ ਇੰਜਨ ਵਾਲੀ ਕਾਰ ਸੀ। ਬਾਅਦ 'ਚ ਮਾਡਲ A ਵੀ ਜੋੜਿਆ ਗਿਆ, ਜਿਸ ਦੀ ਬਾਡੀ ਕਨਵਰਟੇਬਲ ਸੀ। ਪਹਿਲ ਜਾਪਾਨੀਆਂ ਨੇ ਪੱਛਮੀ ਕਾਰ ਮਾਡਲਾਂ ਤੋਂ ਬਹੁਤ ਕੁਝ ਦੀ ਨਕਲ ਕੀਤੀ। ਮਾਡਲ AA ਵੀ ਇਹ ਕੁਝ ਸੀ। ਇਸ ਦੇ ਨਾਲ ਹੀ ਫੋਰਡ, ਕ੍ਰੈਸਲਰ, ਸ਼ੈਵਰਲੇ ਦੀ ਰਚਨਾਤਮਕ ਨਕਲ ਸੀ। ਕਾਰ ਮਹਿੰਗੀ ਸੀ, ਜਿਸ ਕਾਰਨ ਇਹ ਬਹੁਤੀ ਨਹੀਂ ਵਿਕ ਪਾਈ। 1400 ਤੋਂ ਥੋੜ੍ਹੇ ਜਿਹੇ ਵੱਧ ਵਹੀਕਲ ਬਣਾਏ ਗਏ ਸਨ, ਜੋ ਕਿ ਇੱਕ ਚੰਗੀ ਸ਼ੁਰੂਆਤ ਕਹੀ ਜਾ ਸਕਦੀ ਹੈ। ਜੇ ਲੋਗੋ ਦੀ ਗੱਲ ਕਰੀਏ ਤਾਂ ਇਹ ਪਹਿਲ ਹੀਰੇ ਦੇ ਆਕਾਰ ਵਿਚਾਲੇ ਪਰਿਵਾਰ ਦਾ ਨਾਮ ਲਿਖਿਆ ਹੋਇਆ ਸੀ। ਉਚਾਰਨ ਨੂੰ ਸੋਹਣਾ ਬਣਾਉਣ ਲਈ ਅੱਖਰ D ਨੂੰ ਬਦਲ ਕੇ T ਕਰ ਦਿੱਤਾ ਗਿਆ ਅਤੇ ਜਾਣਿਆ ਪਛਾਣਿਆ ਟ੍ਰੇਡਮਾਰਕ ਟੋਯੋਟਾ ਸਾਨੂੰ ਉਦੋਂ ਮਿਲਿਆ। ਟੋਯੋਡਾ ਨੂੰ ਟੋਯੋਟਾ ਕਰਨ ਲਈ ਇੱਕ ਹੋਰ ਗੁਣ ਸੀ। ਉਹ ਇਹ ਸੀ ਕਿ ਟੋਯੋਡਾ ਲਿਖਣ ਲਈ ਜਾਪਾਨੀ ਭਾਸ਼ਾ ਦੇ ਲਿਖਤੀ ਰੂਪ 'ਚ
10 ਹਰਕਤਾਂ ਜਾਂ ਮੂਵਮੈਂਟਾਂ ਕਰਨੀਆਂ ਪੈਂਦੀਆਂ ਸਨ ਤੇ ਟੋਯੋਟਾ ਲਿਖਣ ਲਈ 8 8 ਜੋ ਕਿ ਜਾਪਾਨ 'ਚ ਚੰਗੀ ਕਿਸਮਤ ਵਾਲਾ ਅੰਕ ਮੰਨਿਆ ਜਾਂਦਾ ਹੈ, ਜੋ ਜਾਪਾਨ ਨੂੰ ਭਾ ਗਿਆ। 1937 'ਚ ਟੋਯੋਟਾ ਆਟੋਮੈਟਿਕ ਲੂਮ ਵਰਕਸ ਕੰਪਨੀ ਦੀ ਆਟੋਮੋਟਿਵ ਯੂਨਿਟ ਆਤਮ ਨਿਰਭਰ ਹੋ ਕੇ ਟੋਯੋਟਾ ਮੋਟਰ ਕੰਪਨੀ ਬਣ ਗਈ ਤੇ ਅੰਡਾਕਾਰ ਆਕਾਰ ਵਾਲਾ ਮੌਜੂਦਾ ਟੋਯੋਟਾ ਦਾ ਚਿੰਨ੍ਹ ਸਾਨੂੰ ਉਦੋਂ ਮਿਲਿਆ। ਇਹ ਚਿੰਨ੍ਹ ਤਿਆਰ ਕਰਨ ਲਈ 20,000 ਮੁਕਾਬਲੇਬਾਜ਼ਾਂ 'ਚ ਖੁੱਲ੍ਹਾ ਮੁਕਾਬਲਾ ਕਰਵਾ ਕੇ ਬਿਹਤਰੀਨ ਨੂੰ ਚੁਣਿਆ ਗਿਆ। ਅੱਜ ਦੁਨੀਆ ਇਸੇ ਚਿੰਨ੍ਹ ਨੂੰ ਜਾਣਦੀ ਹੈ। ਸ਼ਾਇਦ ਇਸ ਦਾ ਮਤਲਬ ਸੂਈ 'ਚ ਧਾਗਾ ਹੈ, ਜੋ ਕਿ ਇਸ ਕੰਪਨੀ ਦੇ ਮੂਲ ਵੱਲ ਇਸ਼ਾਰਾ ਕਰਦਾ ਹੈ। ਟੋਯੋਟਾ 'ਚ ਇੱਕ ਰੀਤ ਜੋ ਕਿ ਕੱਪੜਾ ਬਣਾਈ ਕੰਪਨੀ ਤੋਂ ਆਟੋਮੋਟਿਵ ਕੰਪਨੀ ਦੇ ਵਿੱਚ ਆਈ, ਉਹ ਇਹ ਹੈ ਕਿ ਜਦੋਂ ਕਿਤੇ ਇੱਕ ਜਗ੍ਹਾ ਨੁਕਸ ਆ ਜਾਵੇ ਤਾਂ ਸਾਰੀ ਪ੍ਰੋਡਕਸ਼ਨ ਰੋਕ ਕੇ ਨੁਕਸ ਨੂੰ ਕੱਢਣ ਦੀ ਕੋਸ਼ਿਸ਼ 'ਚ ਲੱਗ ਜਾਣਾ। ਸ਼ਾਇਦ ਟੋਯੋਟਾ ਦੇ ਟਿਕਾਊਪੁਣੇ ਦਾ ਇਹੀ ਬੁਨਿਆਦੀ ਆਧਾਰ ਹੈ। 1937 'ਚ ਟੋਯੋਟਾ ਨੂੰ ਸਰਕਾਰ ਵੱਲੋਂ 300 ਟਰੱਕ ਬਣਾਉਣ ਦਾ ਆਰਡਰ ਮਿਲਿਆ। ਭਰੋਸੇਮੰਦ ਮੁਨਾਫੇ ਨੇ ਉਹਨਾਂ ਨੂੰ ਆਪਣੀ ਖੋਜ ਤੇ ਕਾਢ ਭਾਵ ਰਿਸਰਚ ਐਂਡ ਡਿਵੈਲਪਮੈਂਟ ਕਰਨ ਦਾ ਹੌਸਲਾ ਦਿੱਤਾ। ਸਮਾਂ ਆ ਗਿਆ ਸੀ ਕਿ ਦੂਜੇ ਲੋਕਾਂ ਦੀ ਨਕਲ ਨਾ ਮਾਰੀ ਜਾਵੇ। ਇਸ ਸੌਦੇ ਦੀ ਰਕਮ ਤੋਂ ਕਰੋਨਾ ਸ਼ਹਿਰ 'ਚ ਇੱਕ ਵੱਖਰਾ ਆਟੋਮੋਬਾਈਲ ਪਲਾਂਟ ਬਣਾ ਦਿੱਤਾ ਗਿਆ। ਇਹ ਪਲਾਂਟ ਸ਼ਹਿਰ ਦਾ ਕਲੇਜਾ ਬਣ ਚੁੱਕਿਆ ਸੀ ਅਤੇ ਇਹ ਸ਼ਹਿਰ ਜਾਪਾਨ ਦਾ ਡੈਟਰਾਇਟ ਸ਼ਹਿਰ ਬਣ ਗਿਆ ਸੀ। ਬਾਅਦ 'ਚ ਸ਼ਹਿਰ ਨੂੰ ਟੋਯੋਟਾ ਦਾ ਸ਼ਹਿਰ ਦਾ ਨਾਮ ਦੇ ਦਿੱਤਾ ਗਿਆ। ਟੋਯੋਟਾ ਕੰਪਨੀ ਨੇ ਫੁੱਲ ਸਾਈਕਲ ਉਤਪਾਦਨ ਸ਼ੁਰੂ ਕਰ ਦਿੱਤਾ, ਭਾਵ ਪੁਰਜੇ ਬਣਾਉਣ ਵਾਲੇ ਉਦਮ ਖਰੀਦ ਲਏ ਜਾਂ ਨਵੇਂ ਸਿਰਿਓਂ ਖੋਲ੍ਹ ਲਏ। ਕਾਰ ਉਤਪਾਦਨ ਲਈ ਜੋ ਲੋੜੀਂਦਾ ਸੀ ਉਹ ਇਕੱਠਾ ਕਰ ਲਿਆ ਗਿਆ ਤੇ ਫਿਰ ਉਹਨਾਂ ਨੂੰ ਸਪਲਾਈ ਦੀ ਘਾਟ ਤੋਂ ਡਰਨ ਦੀ ਲੋੜ ਨਾ ਰਹੀ। ਲਿਹਾਜ਼ਾ ਉਤਪਾਦਨ ਰੁਕਣ ਦਾ ਡਰ ਵੀ ਨਾ ਰਿਹਾ। ਜਦੋਂ ਜਾਪਾਨੀ ਸਰਕਾਰ ਭਾਰੀ ਟਰੱਕਾਂ ਦੇ ਆਰਡਰ ਦਿੰਦੀ ਸੀ ਤਾਂ ਸਾਫ਼ ਸੀ ਕਿ ਕੁਝ ਵਾਪਰਨ ਵਾਲਾ। 1940 ਆਉਣ ਵਾਲਾ ਸੀ ਤੇ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੱਕ ਟੋਯੋਟਾ ਕੰਪਨੀ ਪੂਰੀ ਤਰ੍ਹਾਂ ਟਰੱਕ ਉਤਪਾਦਕ ਵਿੱਚ ਹੀ ਬਦਲ ਗਈ, ਉਹ ਵੀ ਜਾਪਾਨੀ ਫੌਜ ਦੀ ਲੋੜ ਨੂੰ ਦੇਖਦੇ ਹੋਏ। ਜੇਕਰ ਯੁੱਧ 'ਚ ਤਕਨੀਕੀ ਸਾਥ ਦੇਣ ਦੀ ਗੱਲ ਕੀਤੀ ਜਾਵੇ ਤਾਂ ਮਿਤਸੂਬਿਸ਼ੀ ਦਾ ਰੋਲ ਜ਼ਿਆਦਾ ਵੱਡਾ ਹੈ। ਟੋਯੋਟਾ ਨੇ ਮਿਲਟਰੀ ਟਰੱਕ ਤੇ ਛੋਟੇ ਬਖਤਰਬੰਦ ਜਾਂ ਹਥਿਆਰਬੰਦ ਵਹੀਕਲ ਬਣਾਉਣ ਵਿੱਚ ਹੀ ਜ਼ੋਰ ਦਿੱਤਾ। ਇਹ ਵੀ ਜਾਣਕਾਰੀ ਮਿਲਦੀ ਹੈ ਕਿ ਟੋਯੋਟਾ ਨੇ ਜਲ ਤੇ ਥਲ ਦੇ ਚਾਰੇ ਪਹੀਆਂ ਦੀ ਖਿਚਾਈ ਕਰਨ ਵਾਲੇ ਵਹੀਕਲ ਵੀ ਫੌਜ ਲਈ ਬਣਾਉਣ ਦੇ ਵਿੱਚ ਮਦਦ ਕੀਤੀ। ਜਦੋਂ ਕੱਚੇ ਮਾਲ ਦੀ ਘਾਟ ਹੋਣ ਲੱਗੀ ਤਾਂ ਉਹਨਾਂ ਨੇ ਇੱਕ ਵਹੀਕਲ 'ਚ ਇੱਕ ਹੈੱਡਲਾਈਟ ਨਾਲ ਵੀ ਕੰਮ ਚਲਾਇਆ। ਕੰਪਨੀ ਨੇ ਯੁੱਧ ਦੌਰਾਨ 40,000 ਤੋਂ ਵੀ ਵੱਧ ਸੰਦ ਜਾਪਾਨ ਨੂੰ ਬਣਾ ਕੇ ਦਿੱਤੇ ਤੇ ਯੁੱਧ ਦੇ ਪਿਛਲੇ ਸਾਲਾਂ 'ਚ ਕੰਪਨੀ ਨੇ ਪਹਿਲਾਂ ਤੋਂ ਬਣੇ ਏ ਮਾਡਲ ਤੇ ਆਧਾਰਿਤ 4x4 ਐਸਯੂਵੀਜ਼ ਬਣਾਉਣ ਦੇ ਯਤਨ ਕੀਤੇ। ਇਹਨਾਂ ਯਤਨਾਂ ਤੋਂ ਸਾਰੇ ਹੀ ਪਹੀਆਂ ਦੀ ਖਿਚਾਈ ਵਾਲੇ AK-10 ਪਿਕਅਪ ਟਰੱਕ ਬਣਾਏ। ਟੋਯੋਟਾ ਨੇ ਮਿਲਟਰੀ ਉਤਪਾਦਨ 'ਚ ਜੁਟੀਆਂ ਹੋਰਾਂ ਕੰਪਨੀਆਂ ਨੂੰ ਬਹੁਤ ਵੱਡੀ ਗਿਣਤੀ 'ਚ ਇੰਜਨ ਸਪਲਾਈ ਕੀਤੇ। ਜਦੋਂ ਕਿ ਟੋਯੋਟਾ ਦੀ ਟੈਕਸਟਾਈਲ ਇੰਡਸਟਰੀ ਨੇ ਫੌਜ ਲਈ ਵਰਦੀਆਂ ਬਣਾ ਸਪਲਾਈ ਕੀਤੀਆਂ। ਯੁੱਧ ਦੌਰਾਨ ਟੋਯੋਟਾ ਆਟੋਮੋਟਿਵ ਪਲਾਂਟ ਦਾ ਕਾਫੀ ਹਿੱਸਾ ਤਬਾਹ ਵੀ ਹੋ ਗਿਆ ਸੀ। ਕੀਈਚੀਰੋ ਨੇ ਸਿਦਕ ਨਾ ਛੱਡਿਆ ਤੇ ਇੱਕ ਨਵੇਂ ਕਾਰ ਮਾਡਲ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ। 1947 'ਚ ਡਿੱਗੇ ਢੱਠੇ ਮੁਲਕ ਦੀਆਂ ਟੁੱਟੀਆਂ ਸੜਕਾਂ ਤੇ ਮਾਡਲ ਐਸੇ ਪ੍ਰਗਟ ਹੋਈ ਤੇ ਇਸ ਦਾ ਡਿਜ਼ਾਈਨ ਫਾਕਸਵੈਗਨ ਬੀਟਲ ਨਾਲ ਰਲਦਾ ਮਿਲਦਾ ਸੀ। ਸਸਪੈਂਸ਼ਨ ਨੂੰ ਸੁਧਾਰਿਆ ਗਿਆ, ਆਕਾਰ ਛੋਟਾ ਕੀਤਾ ਗਿਆ। ਇਹ 2 ਟਾਕੀਆਂ ਤੇ 4 ਸਿਲੰਡਰ ਇੰਜਨ ਵਾਲੀ ਕਾਰ ਸੀ। ਟੁੱਟੀ ਹੋਈ ਆਰਥਿਕਤਾ ਵਾਲੇ ਮੁਲਕ 'ਚ ਕਾਰ ਤਾਂ ਛੱਡੋ, ਲੋਕਾਂ ਕੋਲ ਮੋਪੜ ਖਰੀਦਣ ਦੇ ਵੀ ਪੈਸੇ ਨਹੀਂ ਸੀ। ਕਾਰ ਉਤਪਾਦਕ ਲਈ ਵੀ ਇਹ ਮੁਸ਼ਕਲ ਸਮਾਂ ਸੀ। ਉਦਾਹਰਨ ਵਜੋਂ 1947 ਤੋਂ 1952 ਤੱਕ ਟੋਯੋਟਾ ਨੇ ਸਿਰਫ 300 ਕਾਰਾਂ ਬਣਾਈਆਂ। ਲਗਭਗ ਦਿਵਾਲੀਆ ਹੋਣ ਦੀ ਬ੍ਰਾਂਡ ਤੇ ਜਾ ਖੜਿਆ ਬ੍ਰਾਂਡ। ਉਹਨਾਂ ਨੂੰ ਵਰਕਰਾਂ ਨੂੰ ਕੰਮ ਤੋਂ ਹਟਾਉਣਾ ਪਿਆ, ਜਿਸ ਨਾਲ ਹੜਤਾਲਾਂ ਤੇ ਦੰਗੇ ਹੋਏ। ਬੰਦਾ ਸੋਚਦਾ ਕਿ ਇਹੋ ਜਿਹਾ ਵਕਤ ਦੁਸ਼ਮਣਾਂ ਤੇ ਵੀ ਨਾ ਆਵੇ। ਇੱਥੇ ਕੁਝ ਨੁਕਤਿਆਂ ਤੇ ਗੱਲ ਕਰਨੀ ਲਾਜ਼ਮੀ ਲੱਗਦੀ ਹੈ। ਯੁੱਧ ਤੋਂ ਬਾਅਦ ਦੇ ਸਾਲਾਂ 'ਚ ਇੰਡਸਟਰੀ ਨੂੰ ਕਾਬੂ ਕਰਨ ਦੇ ਸਿਸਟਮ ਬਣਾ ਲਏ ਗਏ ਸਨ। ਕਾਰ ਬਣਾਉਣਾ ਇੱਕ ਜੁਰਮ ਵਾਲੀ ਗੱਲ ਬਣ ਗਿਆ ਸੀ। ਕੱਚੇ ਮਾਲ ਦੇ ਭਾਅ ਅਸਮਾਨੀ ਜਾ ਚੜ੍ਹੇ, ਪਰ ਸਰਕਾਰਾਂ ਨੇ ਕਾਰਾਂ ਦੇ ਭਾਅ ਸਖਤੀ ਨਾਲ ਕਾਬੂ ਕੀਤੇ ਹੋਏ ਸਨ। ਸੋਚੋ ਕਿ ਤੁਸੀਂ ਇੱਕ ਕਾਰ ਬਣਾਉਣ ਲਈ ਵੱਧ ਤੋਂ ਵੱਧ ਕੀਮਤ ਅਦਾ ਕਰ ਰਹੇ ਹੋ, ਪਰ ਕਾਰ ਦਾ ਭਾਅ ਨਹੀਂ ਵਧਾ ਸਕਦੇ। ਕੰਪਨੀ ਨੂੰ ਮਜਬੂਰਨ ਮੁਲਾਜ਼ਮਾਂ 'ਚ ਕਟੌਤੀ ਕਰਨੀ ਪਿਆ ਕਰੇ। ਕਾਮਿਆਂ ਦੀਆਂ ਯੂਨੀਅਨਾਂ ਤੇ ਕੰਪਨੀ ਪ੍ਰਬੰਧਕਾਂ ਦੀ ਬੇਭਰੋਸਗੀ ਤੇ ਗਲਤਫਹਿਮੀਆਂ ਵੱਧਦੀਆਂ ਗਈਆਂ। ਕੀਈਚੀਰੋ ਇਸ ਬਾਰੇ ਬੇਹੱਦ ਚਿੰਤਤ ਸੀ ਤੇ ਉਹ ਗੰਭੀਰ ਬਿਮਾਰ ਹੋ ਗਿਆ। ਚੋਟੀ ਦੇ ਮੈਨੇਜਰਾਂ ਨੇ ਕਾਰਜਭਾਰ ਸੰਭਾਲਿਆ ਤੇ ਕੰਪਨੀ ਦੇ 1500 ਬੰਦੇ ਨੂੰ ਲਾਜ਼ਮੀ ਫੌਰੀ ਰਿਟਾਇਰਮੈਂਟ ਦੇ ਦਿੱਤੀ। ਕਾਮਿਆਂ 'ਚ 2 ਮਹੀਨੇ ਹੜਤਾਲਾਂ ਤੇ ਦੰਗੇ ਹੋਏ।
ਉਤਪਾਦਨ 70% ਘਟ ਗਿਆ ਅਤੇ ਇਹ ਕੰਪਨੀ ਲਈ ਮੌਤ ਵਰਗੀ ਸਥਿਤੀ ਸੀ। 1950 'ਚ ਕੀਈਚੀਰੋ ਨੇ ਇੱਕ ਸਮੁਰਾਈ ਵਾਂਗ ਸਖਤ ਫੈਸਲਾ ਲਿਆ ਤੇ ਆਪਣੀ ਰਿਟਾਇਰਮੈਂਟ ਐਲਾਨ ਦਿੱਤੀ ਅਤੇ ਆਪਣੀ ਗਲਤੀ ਵੀ ਮੰਨੀ। ਇਸ ਨਾਲ ਕਾਮੇ ਠੰਡੇ ਹੋਏ। ਉਹਨਾਂ ਦੇ ਦਿਲਾਂ 'ਚ ਆਪਣੀ ਬੌਸ ਲਈ ਅਥਾਹ ਇੱਜ਼ਤ ਵੀ ਸੀ। ਸਭ ਤੋਂ ਜ਼ਰੂਰੀ ਗੱਲ, ਇਸ ਤਰੀਕੇ ਨੇ ਕੰਮ ਵੀ ਕੀਤਾ। ਹੜਤਾਲਾਂ ਰੁਕ ਗਈਆਂ ਤੇ ਕੰਮ ਮੁੜ ਜਾ ਲੀਹ ਤੇ ਚੜ੍ਹਿਆ। ਕੰਪਨੀ ਨੂੰ ਡੁੱਬਣ ਤੋਂ ਬਚਣ ਲਈ ਬਹੁਤ ਵੱਡਾ ਲੋਨ ਚੁੱਕਣਾ ਪਿਆ। ਇਸ ਤੋਂ ਅੱਗੇ 8 ਅੰਕ ਦਾ ਜਾਦੂ ਫਿਰ ਚੱਲਿਆ। ਸਾਲ 1952 ਦੀ ਗੱਲ ਹੈ। ਕੋਰੀਆ ਯੁੱਧ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਸੀ। USA ਫੌਜ ਨੂੰ ਮਿਲਟਰੀ ਵਹੀਕਲਾਂ ਦੀ ਲੋੜ ਪੈ ਗਈ ਤੇ USA ਨੇ ਭਾਂਫ ਲਿਆ ਕਿ ਟੋਯੋਟਾ ਕੁਝ ਵੀ ਕਰਨ ਲਈ ਤਿਆਰ ਹੈ। ਉਸ ਕੋਲ ਟਰੱਕ ਬਣਾਉਣ ਦਾ ਗਿਣਨਯੋਗ ਤਜਰਬਾ ਤਾਂ ਹੈ ਹੀ। USA ਨੇ 4500 ਆਰਮੀ ਟਰੱਕ ਬਣਾਉਣ ਦਾ ਆਰਡਰ ਦੇ ਦਿੱਤਾ ਤੇ ਨਾਲ ਹੀ ਅੱਗੇ ਦੀ ਮੁਰੰਮਤ ਦਾ ਕੰਮ ਵੀ ਦਿੱਤਾ। ਇਸ ਆਰਥਿਕ ਸਹਾਰੇ ਨੇ ਮਰਨ ਕਿਨਾਰੇ ਪਈ ਕੰਪਨੀ ਨੂੰ ਆਕਸੀਜਨ ਸਪਲਾਈ ਦਾ ਕੰਮ ਕੀਤਾ। ਇਹ ਟੋਯੋਟਾ ਕੰਪਨੀ ਲਈ ਇੱਕ ਮੌਕਾ ਸੀ। ਇਸ ਗੱਲ ਦੇ ਬਾਵਜੂਦ ਕਿ ਕੀਈਚੀਰੋ ਟੋਯੋਟਾ 1952 'ਚ ਚੱਲ ਵਸਿਆ ਸੀ, ਫਿਰ ਵੀ ਟੋਯੋਟਾ ਨੇ ਇਹ ਮੌਕਾ ਖੁੰਝਣ ਨਹੀਂ ਦਿੱਤਾ। ਜਿਵੇਂ ਜਿਵੇਂ ਫੰਡ ਆਉਂਦੇ ਗਏ, ਕੰਪਨੀ ਨੇ ਆਪਣਾ ਉਤਪਾਦਨ ਆਧੁਨਿਕ ਕਰਨਾ ਸ਼ੁਰੂ ਕਰਤਾ। ਟੋਯੋਟਾ ਕੰਪਨੀ ਨੇ ਨਵੀਂ ਫਿਲਾਸਫੀ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਮੂਲ ਨਿਵੇਸ਼ ਇਹ ਸੀ ਕਿ ਲਗਾਤਾਰ ਇਜ਼ਾਫਾ ਤੇ ਸੁਧਾਰ। ਕੰਪਨੀ ਦੇ ਨਵੇਂ ਵਿਚਾਰਾਂ ਨੂੰ ਇਕੱਠਾ ਕਰਨ ਦਾ ਇੱਕ ਤਰੀਕਾ ਅਪਣਾਇਆ ਗਿਆ ਸੀ। ਮੁੱਕਦੀ ਗੱਲ ਕਿ ਕੋਈ ਵੀ ਕਰਮਚਾਰੀ ਉਤਪਾਦਨ ਨੂੰ ਸੁਧਾਰਨ ਦਾ ਵਿਚਾਰ ਪੇਸ਼ ਕਰ ਸਕਦਾ ਸੀ ਤੇ ਜੇ ਵਿਚਾਰ ਚੰਗਾ ਹੁੰਦਾ ਤੇ ਲਾਗੂ ਵੀ ਹੋ ਜਾਂਦਾ ਤਾਂ ਉਸ ਨਾਲ ਕਰਮਚਾਰੀ ਨੂੰ ਬੋਨਸ ਮਿਲਦਾ। ਟੋਯੋਟਾ ਮੋਟਰ ਕੰਪਨੀ ਕੋਲ ਪ੍ਰਭਾਵਸ਼ਾਲੀ ਮੈਨੇਜਰ ਸਨ। ਪਿਛਲੇ 1950 'ਚ ਅਤੇ ਅਗਲੇਰੇ 1960 'ਚ ਟੋਯੋਟਾ ਮੋਟਰ ਕੰਪਨੀ ਦੇ ਮਾਮਲੇ ਸੁਧਰਨ ਲੱਗੇ। ਮੁਲਕ ਹੌਲੀ ਹੌਲੀ ਦੁਬਾਰਾ ਸੰਭਲਣ ਲੱਗਿਆ ਤੇ ਨਾਲ ਨਾਲ ਮੋਟਰ ਟਰਾਂਸਪੋਰਟ ਬਾਜ਼ਾਰ ਵੀ, ਪਰ ਰਫ਼ਤਾਰ ਬਹੁਤ ਧੀਮੀ ਸੀ। ਉਹਨਾਂ ਮੁਲਕਾਂ 'ਚ ਉਤਰਨਾ ਜ਼ਰੂਰੀ ਹੋ ਗਿਆ ਜਿਨ੍ਹਾਂ 'ਚ ਕਾਰਾਂ ਲੰਮੇ ਸਮੇਂ ਤੋਂ ਮੌਜੂਦ ਸਨ। ਟੋਯੋਟਾ ਕਾਰਾਂ ਦੇ ਕਲਾਚੋਰ ਵਜੋਂ ਬਦਨਾਮ ਵੀ ਹੋ ਚੁੱਕਿਆ ਸੀ। ਹਰ ਬੰਦਾ ਇਹੀ ਸਮਝ ਰਿਹਾ ਸੀ ਕਿ ਉਹਨਾਂ ਤੋਂ ਕੋਈ ਨਵੀਂ ਕਾਰ ਰਿਲੀਜ਼ ਨਹੀਂ ਹੋਣੀ। ਟੋਯੋਟਾ ਨੂੰ ਕੋਈ ਧਮਾਕਾ ਕਰਨਾ ਪੈਣਾ ਸੀ ਜੋ ਉਸ ਨੂੰ ਵਿਦੇਸ਼ੀਆਂ ਨੂੰ ਕਾਰ ਖਰੀਦਣ ਲਾ ਦੇਵੇ ਤੇ ਇਹ ਧਮਾਕਾ ਹੋਇਆ ਵੀ। ਟੋਯੋਟਾ ਨੂੰ ਦਫ਼ਤਰੀ ਤੇ ਪੁਲਿਸ ਦੀਆਂ ਲੋੜਾਂ ਲਈ ਟੈਕਸੀਆਂ ਉਤਪਾਦਨ ਦਾ ਇੱਕ ਹੋਰ ਸਟੇਟ ਆਰਡਰ ਮਿਲਿਆ। ਇਸ ਦਾ ਨਤੀਜਾ ਕੰਪਨੀ ਦਾ ਸਭ ਤੋਂ ਲੰਮਾ ਸਮਾਂ ਚੱਲਿਆ ਮਾਡਲ ਟੋਯੋਟਾ ਕਰਾਊਨ ਸੀ। ਇਹ ਪੂਰੀ ਤਰ੍ਹਾਂ ਜਾਪਾਨੀ ਉਤਪਾਦ ਸੀ ਤੇ ਇੱਕ ਵੀ ਬੋਲਟ ਯੂਰਪੀਅਨ ਜਾਂ ਅਮਰੀਕਨ ਕੰਪਨੀਆਂ ਜਾਂ ਮਾਡਲਾਂ ਤੋਂ ਨਹੀਂ ਲਿਆ ਗਿਆ। ਸਭ ਕੁਝ ਉਸ ਦਾ ਆਪਣਾ ਸੀ। ਇਸ ਦੇ ਐਨ ਬਰਾਬਰ ਇੱਕ ਆਮ ਸ਼ਹਿਰੀ ਦੀ ਸਾਰੇ ਪਹੀਆਂ ਦੀ ਖਿਚਾਈ ਵਾਲੀ SUV ਤੇ ਵੀ ਕੰਮ ਚੱਲ ਰਿਹਾ ਸੀ। ਇਸ ਤਰ੍ਹਾਂ ਪ੍ਰਸਿੱਧ ਲੈਂਡ ਕਰੂਜ਼ਰ ਹੋਂਦ ਵਿੱਚ ਆਈ। ਕੰਪਨੀ ਨੇ ਉਤਸ਼ਾਹ ਨਾਲ ਆਪਣੇ ਮਾਡਲਾਂ ਦੇ ਦਾਇਰੇ ਨੂੰ, ਆਪਣੀ ਮਾਡਲ ਰੇਂਜ ਨੂੰ ਵਧਾਇਆ। 1957 'ਚ ਕੰਪਨੀ USA ਬਾਜ਼ਾਰ 'ਚ ਦਾਖਲ ਹੁੰਦੀ ਹੈ। ਉਹਨਾਂ ਨੇ ਟੋਯੋਟਾ ਕਰਾਊਨ ਤੇ ਟੋਯੋਟਾ ਲੈਂਡ ਕਰੂਜ਼ਰ ਦਾ ਨਿਰਯਾਤ ਉੱਥੇ ਕਰਨਾ ਸ਼ੁਰੂ ਕਰਤਾ। 1959 'ਚ ਕੰਪਨੀ ਨੇ ਪਹਿਲੀ ਫੈਕਟਰੀ ਕਿਸੇ ਹੋਰ ਮੁਲਕ 'ਚ ਖੋਲ੍ਹੀ ਤੇ ਇਹ ਮੁਲਕ ਸੀ ਬ੍ਰਾਜ਼ੀਲ। ਕਾਰਾਂ ਨਿਰਯਾਤ ਕਰਨ 'ਚ ਸ਼ੁਰੂ ਤੋਂ ਹੀ ਕੋਈ ਗੇੜੇ ਖਵਾਊ ਕਾਮਯਾਬੀ ਨਹੀਂ ਮਿਲੀ ਕਿਉਂਕਿ ਤੇਲ ਦਾ ਸੰਕਟ ਵੀ ਉਸ ਸਮੇਂ ਚੱਲ ਰਿਹਾ ਸੀ। ਜਦੋਂ ਛੋਟੀਆਂ ਕਾਰਾਂ ਨੇ ਤੇਲ ਦੀਆਂ ਘੁੱਟਾਂ ਭਰਨ ਵਾਲੇ ਵੱਡੇ ਇੰਜਣਾਂ ਵਾਲੀਆਂ ਅਮਰੀਕਨ ਕਾਰਾਂ ਤੋਂ ਰਾਹ ਲੈ ਲਿਆ ਤਾਂ ਇਹੀ ਸਮਾਂ ਟੋਯੋਟਾ ਦਾ ਸਮਾਂ ਸੀ। ਕੰਪਨੀ ਦਾ ਚੰਗਾ ਸਮਾਂ ਸ਼ੁਰੂ ਹੋ ਗਿਆ ਸੀ। 1955 'ਚ ਕੰਪਨੀ ਨੇ 8000 ਤੋਂ ਕੁਝ ਵੱਧ ਕੇ ਕਾਰਾਂ ਬਣਾਈਆਂ ਤੇ 1965 ਤੱਕ ਜਾਂਦੇ ਜਾਂਦੇ ਉਹ 6 ਲੱਖ ਸਾਲਾਨਾ ਕਾਰਾਂ ਬਣਾਉਣ ਲੱਗੇ। ਛੇਤੀ ਹੀ 1 ਮਿਲੀਅਨ ਕਾਰਾਂ ਦਾ ਟੀਚਾ ਵੀ ਸਰ ਕਰ ਲਿਆ ਗਿਆ ਤੇ 1960ਵਿਆਂ ਦੇ ਅੰਤ ਦੇ ਵਿੱਚ ਟੋਯੋਟਾ ਕਰੋਲਾ ਦੁਨੀਆ ਦੀ ਬਿਹਤਰੀਨ ਕਾਰ ਵਜੋਂ ਜਾਣੀ ਪਛਾਣੀ ਜਾਣ ਲੱਗੀ। ਟੋਯੋਟਾ 2000 GT ਵੀ ਬਾਅਦ ਦੇ ਵਿੱਚ ਮਾਡਲ ਰੇਂਜ 'ਚ ਸ਼ਾਮਲ ਹੋਈ। ਬਾਅਦ 'ਚ ਟੋਯੋਟਾ ਕੈਮਰੀ ਪ੍ਰਗਟ ਹੋਈ। ਪ੍ਰੀਮੀਅਮ ਕਾਰਾਂ ਬਣਾਉਣ ਦਾ ਕੰਮ ਲੈਕਸਸ ਬ੍ਰਾਂਡ ਨੂੰ ਦਿੱਤਾ ਗਿਆ। ਇਹ ਗੱਲ ਹੈਰਾਨ ਕਰਦੀ ਹੈ ਕਿ ਖੱਡੀਆਂ ਬਣਾਉਣ ਦੇ ਕੰਮ 'ਚ ਲੱਗੀ ਕੰਪਨੀ ਕਿਵੇਂ ਦੁਨੀਆ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਬਣ ਗਈ। ਇਹ ਕੰਪਨੀ ਹਾਈਡਰੋਜਨ ਨਾਲ ਚੱਲਣ ਵਾਲੀਆਂ ਕਾਰਾਂ ਤੇ ਵੀ ਕੰਮ ਕਰ ਰਹੀ ਹੈ, ਨਾਲ ਨਾਲ ਬਿਜਲੀ ਵਾਲੀਆਂ ਕਾਰਾਂ ਤੇ ਵੀ ਕੰਮ ਕਰ ਰਹੀ ਹੈ। ਕੰਪਨੀ ਹੁਣ ਆਪਣੇ ਰੋਬੋਟ ਵੀ ਬਣਾਉਂਦੀ ਹੈ ਤੇ ਬੈਂਕਾਂ ਦੀ ਵੀ ਮਾਲਕ ਹੈ। ਇਹ ਸਭ ਮਨੁੱਖੀ ਕੁਸ਼ਲਤਾਵਾਂ ਤੇ ਲਗਨ ਨੂੰ ਗੁਣਾ ਕਰਕੇ ਇੱਥੇ ਤੱਕ ਲੈ ਕੇ ਆਉਣ ਦੀ ਕਹਾਣੀ ਹੈ। ਧੰਨਵਾਦ।